ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਿ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰ ਉਪਕਾਰੀ। ਅਗਮ ਅਗੋਚਰ ਸਤਿਗੁਰੂ, ਮੁਖ ਤੇ ਬੋਲਹੁ ਸੁਨਹੁ ਸੰਸਾਰੀ। ਕਲ ਜੁਗ ਪੀੜੀ ਸੋਢੀਆਂ, ਨਿਹਚਲ ਨੀਵ ਉਸਾਰ ਖਿਲਾਰੀ। ਜੁਗ ਜੁਗ ਸਤਿਗੁਰ, ਧਰੇ ਅਵਤਾਰੀ। ਦਸਤਗੀਰ ਹੋਏ ਪੰਜ ਪੀਰ, ਹਰਿ ਗੁਰ ਹਰਿ ਗੋਬਿੰਦ ਅਤੁਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪਤਿਤ ਪਾਵਨ ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਸਹਾਇਕ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਦੀਨ ਦੁਨੀਆ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਾਕ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਰੂਪ ਗੁਰੂ ਕਾ ਖਾਲਸਾ ਸਤ ਸੰਗਤ ਜੀ। ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਤਖਤਾਂ ਦੇ ਉੱਪਰ ਪ੍ਰਕਾਸ਼ਮਾਨ ਹੋਏ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀ ਪਾਵਨ ਗੁਰਬਾਣੀ ਦੇ ਜਾਪ ਔਰ ਅੰਮ੍ਰਿਤ ਵੇਲੇ ਤੋਂ ਹੀ ਪਾਵਨ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਆਪ ਸਮੂਹ ਸੰਗਤਾਂ ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਨੂੰ ਸਰਵਣ ਕਰਕੇ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ, ਕਿਉਂਕਿ ਸਤ ਸੰਗਤ ਦੇ ਵਿੱਚ ਬੈਠ ਕਰਕੇ ਨਾਮ ਨੂੰ ਜਪਣਾ, ਗੁਰਬਾਣੀ ਨੂੰ ਪੜ੍ਹਨਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਕਰਮਾਂ ਤੋਂ ਬਿਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਬੈਠਣ ਦੀ ਇਜਾਜ਼ਤ ਨਹੀਂ। ਜੇ ਪਰਮੇਸ਼ਰ ਕਿਰਪਾ ਕਰਦਾ ਹੈ, ਕਰਮ ਚੰਗੇ ਨੇ, ਤਾਂ ਹੀ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਸਕਦੇ ਹਾਂ, ਸਤ ਸੰਗਤ ਕਰ ਸਕਦੇ ਹਾਂ। ਕਿਉਂਕਿ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਜ਼ਿਕਰ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜੀਵ ਇਹ ਪਤਾ ਨਹੀਂ ਤੈਨੂੰ ਕਿੰਨੀਆਂ ਟੇਢੀਆਂ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲਿਆ, ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ, ਇਹੋ ਹੀ ਵਾਰੀ ਮਿਲੀ ਹੈ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨ। ਅਵਰ ਕਾਜ ਤੇਰੇ ਕਿਤੈ ਨਾ ਕਾਮ,
ਠੀਕ ਹੈ, ਤੇਰਾ ਗ੍ਰਸਤੀ ਜੀਵਨ ਹੈ, ਤੈਨੂੰ ਹੋਰ ਕੰਮ ਕਰਨੇ ਪੈਂਦੇ ਨੇ, ਪਰ ਮਹਾਰਾਜ ਜੀ ਕਹਿੰਦੇ ਨੇ ਮਨੁੱਖ ਤੂੰ ਦਿਨ ਰਾਤ ਹੀ ਹੋਰ ਕੰਮ ਕਰਦਾ ਹੈ, ਸਤ ਸੰਗਤ ਨਹੀਂ ਕਰਦਾ, ਗੁਰਬਾਣੀ ਨੂੰ ਪੜ੍ਹਦਾ ਨਹੀਂ, ਅੰਮ੍ਰਿਤ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਨਹੀਂ ਕਰਦਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੋਰ ਕੰਮ ਤੇਰੇ ਕੰਮ ਨਹੀਂ ਆਉਣੇ। ਕੀ ਕੰਮ ਆਉਣਾ ਹੈ? ਸਾਧ ਸੰਗਤ ਭਜ ਕੇਵਲ ਨਾਮ। ਇਹੋ ਹੀ ਸਤ ਸੰਗਤ ਦੇ ਵਿੱਚ ਬੈਠ ਕਰਕੇ ਜਿਹੜੀ ਤੂੰ ਗੁਰਬਾਣੀ ਨੂੰ ਸਰਵਣ ਕਰ ਲੈਣਾ ਹੈ ਨਾ, ਇਹਦਾ ਹੀ ਤੈਨੂੰ ਵੱਡਾ ਫਲ ਮਿਲਣਾ ਹੈ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋਣ ਦਾ, 52 ਰਾਜਿਆਂ ਨੂੰ ਰਿਹਾ ਕਰਵਾਉਣ ਦਾ ਬੰਦੀ ਛੋੜ ਦਿਵਸ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਵਸਦੀਆਂ ਨੇ ਬੜੇ ਉਤਸ਼ਾਹ ਪ੍ਰੇਮ ਦੇ ਨਾਲ ਮਨਾ ਰਹੀਆਂ ਨੇ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਮਨ ਦੇ ਵਿੱਚ ਵਿਚਾਰ ਆਈ ਹੈ ਕਿ ਰਾਤਰੀ ਦੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਬੰਦੀ ਛੋੜ ਦੇ ਬਾਬਤ ਗਵਾਲੀਅਰ ਦਾ ਇਤਿਹਾਸ ਸਾਂਝਾ ਕੀਤਾ ਜਾਏਗਾ। ਹੁਣ ਵੀ ਆਪ ਜੀ ਦੇ ਨਾਲ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੀ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਕਿਉਂਕਿ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ, ਉਪਰੰਤ ਤਖਤ ਤੇ ਸੁਭਾਏਮਾਨ ਹੁੰਦੇ ਨੇ। ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ ਔਰ ਤਖਤ ਸਜਾ ਕਰਕੇ ਐਲਾਨ ਕਰਦੇ ਨੇ ਕਿ ਸਾਡੇ ਕੋਲ ਜਿੱਥੇ ਸੰਗਤਾਂ ਅੱਗੇ ਰੁਮਾਲੇ ਲੈ ਕਰਕੇ, ਬਸਤਰ ਲੈ ਕਰਕੇ, ਪ੍ਰਸ਼ਾਦ ਆਦਿਕ ਵਸਤੂਆਂ ਲੈ ਕਰਕੇ ਆ ਰਹੀਆਂ ਨੇ ਔਰ ਸਾਡੇ ਕੋਲ ਸੰਗਤਾਂ ਵੱਧ ਤੋਂ ਵੱਧ ਸ਼ਸਤਰ ਲੈ ਕਰਕੇ, ਜਵਾਨੀਆਂ ਲੈ ਕਰਕੇ, ਘੋੜੇ ਲੈ ਕਰਕੇ ਆਉਣ ਔਰ ਮਹਾਰਾਜ ਜੀ ਨੇ ਬੀਰਸੀ ਰੂਪ ਧਾਰਨ ਕੀਤਾ। ਵੱਖ-ਵੱਖ ਨਗਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਪਹੁੰਚਦੇ, ਦਿਨੋਂ ਦਿਨ ਪ੍ਰਤਾਪ ਵਡਿਆਈ ਮਹਾਰਾਜ ਸਾਹਿਬ ਜੀ ਦੀ ਵੱਧਦੀ ਜਾ ਰਹੀ ਔਰ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਇੱਕ ਦਿਨ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਲਾਹੌਰ ਦੀ ਧਰਤੀ ਤੇ ਪਹੁੰਚਦੇ ਨੇ, ਮੁਜੰਗਾ ਨਗਰ ਦੇ। ਇੱਥੇ ਮਹਾਰਾਜ ਸਾਹਿਬ ਜੀ ਜਿਸ ਵੇਲੇ ਪਹੁੰਚਦੇ ਨੇ, ਮਹਾਰਾਜ ਜੀ ਦੇ ਨਾਲ ਸਿੰਘ ਸੂਰਮੇ ਯੋਧੇ ਵੀ ਨੇ ਔਰ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ, ਸਿੱਖੋ ਇਸ ਲਾਹੌਰ ਦੇ ਵਿੱਚ ਮੁਜੰਗਾ ਨਗਰ ਦੇ ਵਿੱਚ ਇੱਕ ਸਾਡਾ ਪੀਰ ਰਹਿੰਦਾ ਹੈ, ਸਾਈਂ ਮੀਆਂ ਮੀ, ਜਿਨੇ ਸਾਡੇ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਔਰ ਸਾਨੂੰ ਯਾਦ ਕਰਦਾ ਹੈ। ਹੋ ਨਾ ਸਕੇ ਸਾਡਾ ਉਹਦੇ ਨਾਲ ਮਿਲਾਪ ਹੋ ਜਾਵੇ, ਅਸੀਂ ਉਹਨੂੰ ਮਿਲ ਆਈਏ। 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਘੋੜੇ ਦੇ ਉੱਪਰ ਅਸਵਾਰ ਹੋਏ। ਸ਼ਸਤਰ ਮਹਾਰਾਜ ਸਾਹਿਬ ਜੀ ਨੇ ਆਪਣੇ ਤਨ ਦੇ ਉੱਪਰ ਪਹਿਨ ਲੈ ਔਰ ਰਸਤੇ ਨੂੰ ਚੱਲ ਪਏ। ਇੱਧਰ ਸਾਈਂ ਮੀਆਂ ਮੀਰ ਮਨੇ ਮਨ ਅਰਦਾਸਾਂ ਕਰਦਾ ਹੈ ਕਿ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰੋ, ਆ ਕਰਕੇ ਦਰਸ਼ਨ ਦੇਵੋ। ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂ, ਸੰਗਤ ਜੀ, ਜਿੱਥੇ ਵੀ ਗੁਰੂ ਨੂੰ ਕੋਈ ਅੰਤਰ ਧਿਆਨ ਹੋ ਕਰਕੇ ਪ੍ਰੇਮ ਦੇ ਨਾਲ ਯਾਦ ਕਰਦਾ ਹੈ,
ਗੁਰੂ ਵੱਡਾ ਸਮਰੱਥ ਹੈ, ਉੱਥੇ ਜਾ ਕਰਕੇ ਆਪਣੇ ਸੇਵਕਾਂ ਨੂੰ, ਪਿਆਰਿਆਂ ਨੂੰ ਦਰਸ਼ਨ ਦਿੰਦਾ। ਜੇ ਭਾਈ ਸਾਧੂ ਤੇ ਭਾਈ ਰੂਪੇ ਨੇ ਯਾਦ ਕੀਤਾ, ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੇ ਜਾ ਕਰਕੇ ਭਾਈ ਸਾਧੂ ਤੇ ਭਾਈ ਰੂਪੇ ਨੂੰ ਮਿਲੇ, ਠੰਡਾ ਜਲ ਛਕਿਆ। ਜੇ ਮਾਈ ਨਿਹਾਲ ਕੌਰ ਨੇ ਯਾਦ ਕੀਤਾ, ਕਸ਼ਮੀਰ ਦੇ ਵਿੱਚ ਮਹਾਰਾਜ ਸਾਹਿਬ ਜੀ ਉੱਥੇ ਜਾ ਕਰਕੇ ਮਿਲੇ। ਔਰ ਸਾਈਂ ਮੀਆਂ ਮੀਰ ਨੂੰ ਮਿਲਣ ਵਾਸਤੇ ਮਹਾਰਾਜ ਸਾਹਿਬ ਜੀ ਇੱਧਰੋਂ ਚੱਲ ਪਏ ਨੇ, ਉੱਧਰੋਂ ਸਾਈਂ ਮੀਆਂ ਮੀਰ ਜੀ ਆਪਣੇ ਤਕੀਏ ਦੇ ਵਿੱਚੋਂ, ਡੇਰੇ ਦੇ ਵਿੱਚੋਂ ਬਾਹਰ ਨਿਕਲੇ ਨੇ, ਕਿਉਂਕਿ ਰੂਹਾਨੀਅਤ ਦੀ ਖੇਡ ਹੈ, ਰੂਹਾਨੀਅਤ ਦਾ ਮਿਲਾਪ ਹੈ। ਸਾਈਂ ਜੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਮਨ ਦੇ ਵਿੱਚ ਜਾਣਦੇ ਨੇ, ਪਿਆਰ ਦੀਆਂ ਤਾਂਘਾਂ ਨੇ। ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੁਰੇ ਜਾ ਰਹੇ ਨੇ, ਇੱਧਰੋਂ ਸਾਈਂ ਮੀਆਂ ਮੀਰ ਜੀ ਆ ਰਹੇ ਨੇ, ਰਸਤੇ ਦੇ ਵਿੱਚ ਮਿਲਾਪ ਹੋ ਗਿਆ। ਸਾਈਂ ਜੀ ਨੇ ਬੜੇ ਪ੍ਰੇਮ ਦੇ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਬੰਦਨਾ ਕੀਤੀ। ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਘੋੜੇ ਤੋਂ ਹੇਠਾਂ ਉਤਰ ਲੱਗੇ। ਸਾਈਂ ਜੀ ਨੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਪਕੜ ਲਿਆ, ਘੋੜੇ ਤੋਂ ਹੇਠਾਂ ਉਤਰਨ ਨਾ ਦਿੱਤਾ, ਚਰਨਾਂ ਨੂੰ ਪਲੋਸਿਆ। ਬਾਰ-ਬਾਰ ਸਾਈਂ ਜੀ ਚਰਨਾਂ ਦੇ ਉੱਪਰ ਨਮਸਕਾਰਾਂ ਕਰਦੇ ਨੇ, ਬੰਦਨਾ ਕਰਦੇ ਨੇ, ਔਰ ਆਪਣੇ ਤਕੀਏ ਦੇ ਡੇਰੇ ਵੱਲ ਨੂੰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸਾਈਂ ਜੀ ਲੈ ਕਰਕੇ ਜਾ ਰਹੇ, ਔਰ ਪਹੁੰਚ ਗਏ ਆਪਣੇ ਡੇਰੇ ਦੇ ਵਿੱਚ, ਜਿੱਥੇ ਸਾਈਂ ਮੀਆਂ ਮੀਰ ਜੀ ਰਹਿੰਦੇ ਸਨ। ਔਰ ਸਾਈਂ ਜੀ ਨੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਘੋੜੇ ਤੋਂ ਹੇਠਾਂ ਉਤਾਰਿਆ, ਔਰ ਹੱਥਾਂ ਦੇ ਵਿੱਚ ਹੱਥ ਪਕੜ ਲੈ, ਆਪਣੇ ਡੇਰੇ ਦੇ ਵਿੱਚ ਆਸਨ ਮਹਾਰਾਜ ਸਾਹਿਬ ਜੀ ਦਾ ਲਵਾ ਦਿੱਤਾ ਤੇ ਆਪ ਹੇਠਾਂ ਬੈਠ ਗਏ। ਵੇਖੋ ਖਾਲਸਾ ਜੀ, ਦੂਸਰੇ ਧਰਮ ਦੇ ਲੋਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਕਿੰਨਾ ਸਤਿਕਾਰ ਕਰਦੇ। ਔਰ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਸਨ ਦੇ ਉੱਪਰ ਬੈਠ ਗਏ, ਸਾਈਂ ਮੀਆਂ ਮੀਰ ਜੀ ਹੇਠਾਂ ਬੈਠ ਗਏ, ਔਰ ਮਹਾਰਾਜ ਜੀ ਦੇ ਨਾਲ 2-3 ਘੰਟੇ ਬਚਨ ਬਿਲਾਸ ਹੋਏ, ਰੂਹਾਨੀਅਤ ਦੇ ਬਚਨ ਹੋਏ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਸੀ। ਔਰ ਬ੍ਰਹਮ ਗਿਆਨ ਦੀਆਂ ਬਾਤਾਂ ਸਾਈਂ ਜੀ ਦੇ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਹੋਈਆਂ। ਕੁਝ ਸਮਾਂ ਬਤੀਤ ਹੋਣ ਤੋਂ ਉਪਰੰਤ ਮਹਾਰਾਜ ਸਾਹਿਬ ਜੀ ਨੇ ਸਾਈਂ ਜੀ ਨੂੰ ਕਿਹਾ ਕਿ ਸਾਈਂ ਜੀ ਸਾਨੂੰ ਆਗਿਆ ਦੇਵੋ, ਅਸੀਂ ਆਪਣੇ ਪੜਾਅ 'ਤੇ ਪਹੁੰਚਣਾ ਹੈ। ਸਿੰਘ ਸਾਨੂੰ ਯਾਦ ਕਰਦੇ ਹੋਣਗੇ, ਸੰਗਤਾਂ ਆ ਰਹੀਆਂ ਨੇ ਮਿਲਣ ਵਾਸਤੇ। ਸਾਈਂ ਜੀ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਨੂੰ ਕਹਿੰਦੇ ਨੇ, ਮਹਾਰਾਜ ਜੀ ਤੇ ਨਹੀਂ ਕਰਦਾ ਕਿ ਆਪ ਜੀ ਨੇਤਰਾਂ ਤੋਂ ਦੂਰ ਹੋਵੋ, ਪਰ ਮਹਾਰਾਜ ਸਾਹਿਬ ਜੀ ਸਾਈਂ ਜੀ ਤੋਂ ਆਗਿਆ ਲੈ ਕਰਕੇ ਔਰ ਵਾਪਸ ਚੱਲ ਪਏ। ਬੜੇ ਪ੍ਰੇਮ ਦੇ ਨਾਲ ਸਾਈਂ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਵਿਦਾ ਕੀਤਾ। ਇੱਧਰ ਜਹਾਂਗੀਰ ਬਾਦਸ਼ਾਹ ਦੇ ਕੁਝ ਤੁਰਕਾਨੇ ਨੂੰ ਪਤਾ ਲੱਗਾ ਕਿ ਹਿੰਦੂਆਂ ਦੇ ਗੁਰੂ ਨੂੰ ਸਾਈਂ ਮੀਆਂ ਮੀਰ ਨੇ ਬੜਾ ਸਤਿਕਾਰ ਦਿੱਤਾ ਹੈ। ਅਸੀਂ ਸਾਈਂ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ, ਪਰ ਸਾਈਂ ਨੇ ਹਿੰਦੂਆਂ ਦੇ ਗੁਰੂ ਦਾ ਇੰਨਾ ਸਤਿਕਾਰ ਕੀਤਾ। ਜਾ ਕਰਕੇ ਬਾਦਸ਼ਾਹ ਕੋਲ ਖਬਰ ਕੀਤੀ ਕਿ ਬਾਦਸ਼ਾਹ, ਸਾਈਂ ਮੀਆਂ ਮੀਰ ਨੇ ਅੱਜ ਕੰਮ ਚੰਗਾ ਨਹੀਂ ਕੀਤਾ। ਆਪਾਂ ਸਾਈਂ ਜੀ ਨੂੰ ਗੁਰੂ ਮੰਨਦੇ ਹਾਂ, ਸਾਈਂ ਜੀ ਨੂੰ ਰੱਬ ਮੰਨਦੇ ਹਾਂ, ਪਰ ਸਾਈਂ ਨੇ ਹਿੰਦੂਆਂ ਦੇ ਗੁਰੂ ਦਾ ਸਤਿਕਾਰ ਕੀਤਾ। ਅੱਗੋਂ ਲੈਣ ਵਾਸਤੇ ਗਏ, ਪ੍ਰੇਮ ਦੇ ਨਾਲ ਵਿਦਾ ਕੀਤਾ। ਔਰ ਉਸ ਵੇਲੇ ਜਹਾਂਗੀਰ ਬਾਦਸ਼ਾਹ ਸਾਈਂ ਜੀ ਦੇ ਕੋਲ ਆਇਆ, ਔਰ ਆ ਕਰਕੇ ਬਾਦਸ਼ਾਹ ਸਾਈਂ ਜੀ ਨੂੰ ਨਮਸਕਾਰ ਕਰਕੇ, ਸਲਾਮ ਕਰਕੇ ਸਾਈਂ ਜੀ ਦੇ ਕੋਲ ਬੈਠ ਗਿਆ। ਔਰ ਜਹਾਂਗੀਰ ਬਾਦਸ਼ਾਹ ਨੇ
ਸਾਈ ਨੂੰ ਕਿਹਾ ਕਿ ਸਾਈਂ ਜੀ ਅਸੀਂ ਆਪ ਜੀ ਨੂੰ ਰੱਬ ਮੰਨਦੇ ਹਾਂ, ਪਰ ਆਪ ਜੀ ਨੇ ਚੰਗਾ ਕੰਮ ਨਹੀਂ ਕੀਤਾ, ਹਿੰਦੂਆਂ ਦੇ ਗੁਰੂ ਦਾ ਇੰਨਾ ਸਤਿਕਾਰ ਕੀਤਾ। ਉਸ ਵੇਲੇ ਸਾਈਂ ਜੀ ਨੇ ਕਿਹਾ, ਬਾਦਸ਼ਾਹ ਤੁਹਾਨੂੰ ਪਤਾ ਨਹੀਂ, ਅਸੀਂ ਜਿੰਨੇ ਵੀ ਪੀਰ ਉਸ ਪਰਮਾਤਮਾ ਦੀ, ਉਸ ਅੱਲਾ ਦੀ, ਖੁਦਾ ਦੀ ਭਗਤੀ ਦੇ ਵਿੱਚ ਜਦੋਂ ਲੀਨ ਹੁੰਨੇ ਆ, ਜਦੋਂ ਸਾਡੀ ਸੁਰਤੀ ਉਸ ਰੱਬ ਦੇ ਨਾਲ ਜੁੜ ਜਾਂਦੀ ਹੈ, ਸਾਡੀ ਲਿਵ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ, ਜਦੋਂ ਅਸੀਂ ਉਸ ਸੱਚਖੰਡ ਦੇ ਵਿੱਚ ਪਹੁੰਚ ਜਾਂਦੇ ਹਾਂ, ਉੱਥੇ ਦੇਖਦੇ ਹਾਂ ਕਿ ਰੱਬ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੁੰਦੇ। ਔਰ ਉਸ ਵੇਲੇ ਉਹ ਜਿਹੜਾ ਸੱਚਖੰਡ ਦਾ ਦਰਵਾਜ਼ਾ ਹੈ, ਸੱਚਖੰਡ ਦੇ ਦਰਵਾਜ਼ੇ ਦੇ ਅੰਦਰ ਦੇਖਦੇ ਹਾਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਸੁਭਾਏਮਾਨ ਹੁੰਦੇ। ਅੱਗੇ ਤਾਂ ਸੂਖਮ ਸਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਅੱਜ ਪ੍ਰਤੱਖ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸਾਨੂੰ ਸਮਾਂ ਮਿਲੇ। ਜਹਾਂਗੀਰ ਮਨ ਦੇ ਵਿੱਚ ਬਹੁਤ ਨਾਰਾਜ਼ ਹੋਇਆ, ਔਰ ਨਾਲ ਹੀ ਸਾਈਂ ਜੀ ਨੇ ਕਿਹਾ ਕਿ ਜਹਾਂਗੀਰ ਤੂੰ ਇਹ ਸੋਚ ਕਿ ਤੇਰੇ ਨਾਲ ਕੋਈ ਪ੍ਰੇਮ ਪਿਆਰ ਕਰਨ ਵਾਲਾ ਤੈਨੂੰ ਮਿਲੇ ਤੇ ਤੇਰੇ ਨਾਲ ਸਤਿਕਾਰ ਨਾ ਕਰੇ, ਤੇਰਾ ਆਦਰ ਨਾ ਕਰੇ, ਤੂੰ ਕਿਤਨਾ ਕੁ ਨਾਲ ਪ੍ਰੇਮ ਕਰੇਂਗਾ। ਔਰ ਜਹਾਂਗੀਰ ਬਾਦਸ਼ਾਹ ਨੂੰ ਸਾਈਂ ਜੀ ਨੇ ਐਸਾ ਉਪਦੇਸ਼ ਦਿੱਤਾ, ਕਿਉਂਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਹੁਤ ਲਵੇਰਾ ਇਤਿਹਾਸ। ਜਿੱਥੇ ਵੀ ਮਹਾਰਾਜ ਸਾਹਿਬ ਜੀ ਨੂੰ ਕੋਈ ਪ੍ਰੇਮ ਦੇ ਨਾਲ ਯਾਦ ਕਰਦਾ, ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੇ ਹੀ ਜਾ ਕਰਕੇ ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਾ ਕਰਕੇ ਮਿਲਦੇ। ਔਰ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਇਤਿਹਾਸ ਦੇ ਵਿੱਚ ਇੱਕ ਨਹੀਂ ਅਨੇਕਾਂ ਹੀ ਉਦਾਹਰਨਾਂ ਸਾਖੀਆਂ ਆਉਂਦੀਆਂ ਨੇ ਕਿ ਭਾਈ ਸਾਧੂ ਤੇ ਭਾਈ ਰੂਪਾ ਇੱਕ ਦਿਨ ਜੰਗਲਾਂ ਦੇ ਵਿੱਚ ਲੱਕੜਾਂ ਕੱਟ ਰਹੇ ਨੇ, ਔਰ ਲੱਕੜਾਂ ਕੱਟਦੇ ਕੱਟਦੇ ਨੀਂਦ ਆ ਗਈ, ਆਰਾਮ ਕਰਨ ਵਾਸਤੇ ਕੁਝ ਸਮਾਂ ਲੰਮੇ ਪੈ ਗਏ। ਉੱਠੇ, ਪਿਆਸ ਲੱਗੀ, ਔਰ ਕੋਲ ਜਲ ਹੈ, ਔਰ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਯਾਦ ਕੀਤਾ ਭਾਈ ਸਾਧੂ ਤੇ ਭਾਈ ਰੂਪੇ ਨੇ ਕਿ ਇਹ ਜਲ ਬੜਾ ਠੰਡਾ ਹੈ, ਇਹ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਛਕਣ ਯੋਗ ਹੈ। ਹੋ ਨਾ ਸਕੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆ ਕਰਕੇ ਜਲ ਇਧਰ ਆਪਣੇ ਪਿਆਰਿਆਂ ਦੀ ਅਰਦਾਸ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪ੍ਰਵਾਨ ਕੀਤਾ। ਘੋੜੇ ਦੇ ਉੱਪਰ ਸਵਾਰ ਹੋਏ ਪਹੁੰਚ ਗਏ ਭਾਈ ਸਾਧੂ ਤੇ ਭਾਈ ਰੂਪੇ ਕੋਲ। ਜਾ ਕਰਕੇ ਕਿਹਾ, ਲਿਆਓ ਪਿਆਰਿਓ, ਆਪ ਜੀ ਯਾਦ ਕਰਦੇ ਸੀ, ਪਿਆਸ ਲੱਗੀ ਹੈ, ਜਲ ਛਕਣਾ ਹੈ। ਔਰ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੇ ਜਾ ਕਰਕੇ ਭਾਈ ਸਾਧੂ ਤੇ ਭਾਈ ਰੂਪੇ ਦੀ ਭਾਵਨਾ ਨੂੰ ਪੂਰੀਆਂ ਕੀਤਾ, ਔਰ ਬਚਨ ਕੀਤਾ ਕਿ ਭਾਈ ਰੂਪਾ ਜੀ, ਤੇਰੇ ਘਰ ਦੇ ਵਿੱਚ ਪੁੱਤਰ ਹੋਵੇਗਾ। ਤੀਰ ਛੱਡਿਆ, ਇਸ ਨਗਰ ਦਾ ਨਾਮ ਅਜ ਤੋਂ ਭਾਈ ਭਗਤਾ ਹੋਵੇ। ਔਰ ਮਾਝੇ ਦੇ ਵਿੱਚ ਆਪ ਜੀ ਨੇ ਸੁਣਿਆ ਹੋਵੇਗਾ, ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਬੇਅੰਤ ਵਡਿਆਈਆਂ, ਬੇਅੰਤ ਰਹਿਮਤਾਂ ਨੇ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਭਾਈ ਗੁਰਦਾਸ ਜੀ ਜਿੱਥੇ ਆਪਣੀਆਂ ਵਾਰਾਂ ਦੇ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਵੱਡੇ ਯੋਧੇ ਕਹਿੰਦੇ ਨੇ, ਨਾਲ ਹੀ ਭਾਈ ਗੁਰਦਾਸ ਜੀ ਇਹ ਵੀ ਲਿਖ ਦਿੰਦੇ ਨੇ ਕਿ ਪਰਉਪਕਾਰੀ ਵੱਡ ਯੋਧਾ ਬਹੁ ਪਰਉਪਕਾਰੀ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਜਿੱਥੇ ਵੱਡੇ ਯੋਧੇ ਨੇ, ਸ਼ਸਤਰਾਂ ਦੇ ਵਿੱਚ, ਸੂਰਮਿਆਂ ਦੇ ਵਿੱਚ, ਆਪ ਜੰਗਾਂ ਦੇ ਵਿੱਚ ਮੂਹਰੇ ਹੋ ਕਰਕੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਲੜੇ, ਉੱਥੇ ਮਹਾਰਾਜ ਸਾਹਿਬ ਜੀ ਵੱਡੇ ਪਰਉਪਕਾਰੀ ਵੀ ਨੇ। ਆਪਣੇ ਗੁਰਸਿੱਖਾਂ ਦੇ, ਆਪਣੇ ਸੇਵਕਾਂ ਦੇ ਮਹਾਰਾਜ ਸਾਹਿਬ ਜੀ ਨੇ ਇੱਕ ਨਹੀਂ ਅਨੇਕਾਂ ਹੀ ਪਰਉਪਕਾਰ ਕੀਤੇ। ਐਸਾ ਜੀਵਨ ਹੈ ਛੇਵੇਂ ਪਾਤਸ਼ਾਹ
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ। ਕਿਉਂਕਿ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਮੈਂ ਆਪ ਜੀ ਦੀ ਗਿਆਤ ਵਿੱਚ ਬੇਨਤੀ ਕਰਾਂ ਕਿ ਇਹ ਬੰਦੀ ਛੋੜ ਦਿਵਸ ਆਪ ਸਮੂਹ ਸੰਗਤਾਂ ਮਨਾ ਰਹੀਆਂ ਜੇ। ਆਪਾਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਕਰਨੀ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ, ਜਿੱਥੇ ਆਪ ਜੀ 52 ਰਾਜਿਆਂ ਨੂੰ ਰਿਹਾ ਕਰਵਾ ਸਕਦੇ ਜੇ, ਬੰਦ ਖਲਾਸੀ ਕਰਵਾ ਸਕਦੇ, ਉਥੇ ਕਿਰਪਾ ਕਰੋ ਸਾਡੇ ਤੇ ਵੀ ਰਹਿਮਤ ਕਰ ਦਿਓ। ਸਾਡਾ ਵੀ ਇਹ 5 ਵਿਕਾਰ ਜਿਹੜੇ ਨੇ, ਵਿਸ਼ੇ ਵਿਕਾਰਾਂ ਰੂਪੀ ਬੰਧਨਾਂ ਤੋਂ ਸਾਡੀ ਵੀ ਬੰਦ ਖਲਾਸੀ ਕਰ ਦਿਓ, ਸਾਡਾ ਵੀ ਛੁਟਕਾਰਾ ਕਰ ਦਿਓ। ਕਿਸੇ ਕਵੀ ਦੇ ਬੋਲ ਨੇ, ਉਹਨੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿੰਦਾ ਹੈ, ਜੋ ਨਰ ਆਰਤ ਕਹੈ ਇੱਕ ਬੇਰਾ, ਸ੍ਰੀ ਹਰਗੋਬਿੰਦ ਮੈਂ ਅਬ ਤੇਰਾ। ਜਿਹੜਾ ਵੀ ਰਸਨਾ ਤੋਂ ਪ੍ਰੇਮ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਨਾਂ ਲੈ ਲੈਂਦਾ ਹੈ, ਉਹ ਕਵੀ ਕਹਿੰਦਾ ਹੈ ਕਿ ਉਹਨੂੰ ਮੁਕਤੀ ਦੀ ਦਾਤ ਮਿਲ ਜਾਂਦੀ, ਉਹਦਾ ਜਨਮ ਤੇ ਮਰਨ ਕੱਟਿਆ ਜਾ। ਐਸੇ ਨੇ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ। ਔਰ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਗੁਰੂ ਸਾਹਿਬ ਜੀ ਆਪਣੇ ਤੇ ਵੀ ਰਹਿਮਤਾਂ ਕਰਨ, ਆਪਾਂ ਨੂੰ ਵੀ ਨਾਮ ਦੀ ਦਾਤ ਤੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ। ਜਿੱਥੇ ਆਪ ਜੀ ਆ ਕਰਕੇ ਗੁਰੂ ਨੂੰ ਸਮਰਪਿਤ ਹੋ ਕਰਕੇ ਗੁਰੂ ਦੇ ਕੋਲੋਂ ਅਨੇਕਾਂ ਵਸਤੂਆਂ ਦੀ ਦਾਤ ਮੰਗਦੇ ਜੇ, ਉੱਥੇ ਮਹਾਰਾਜ ਜੀ ਦੇ ਕੋਲੋਂ ਨਾਮ ਦੀ ਦਾਤ ਵੀ ਮੰਗਿਆ ਕਰੀ ਕਿ ਮਹਾਰਾਜ ਸਾਹਿਬ ਜੀ ਕਿਰਪਾ ਕਰੋ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਵੀ ਪਾਓ। ਕਿਉਂਕਿ ਆਪ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਮਸਕਾਰ ਰੂਪੀ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਅੰਦਰ ਆਉਂਦੇ ਨੇ। ਉਹ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੁਕਾਰ ਕੇ ਕਹਿੰਦਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਹਾਰਾਜ ਸਾਹਿਬ ਜੀ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਨੇ, ਬੇਨਤੀਆਂ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੋ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਆਪਾਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਕਰਿਆ ਕਰੀਏ ਕਿ ਮਹਾਰਾਜ ਸਾਹਿਬ ਜੀ ਕਿਰਪਾ ਕਰੋ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ, ਨਿਤਨੇਮ ਦੀ ਦਾਤ ਬਖਸ਼ਿਸ਼ ਕਰੋ। ਇਤਨੀ ਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਗੁਰੂ ਕੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹੈ, ਬਖਸ਼ ਦੇਣ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਮੇਰਾ ਸਮਾਂ ਲਿਸਟ ਦੇ ਵਿੱਚ 10:20 ਦਾ ਸੀ, ਸਮਾਂ ਪੂਰਾ ਹੋ ਗਿਆ ਹੈ। ਔਰ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਮੈਂ ਛੇਵੇਂ ਪਾਤਸ਼ਾਹ ਮੀਰੀ ਪੀਰਤ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਿਨਾਂ ਤੋਂ ਵਰੋਸ ਆਏ ਹੋਏ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਸ਼ ਬੰਸ ਦੇ ਮਹਾਂਪੁਰਖ 12ਵੇਂ ਜਾਨਸ਼ੀਨ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਔਰ ਜਿਸ ਵੇਲੇ ਇੰਡੀਆ ਤੋਂ ਆਉਣਾ ਸੀ ਔਰ ਮਹਾਂਪੁਰਖਾਂ ਦੇ ਕੋਲ ਗਏ, ਜਾ ਕਰਕੇ ਬਚਨ ਕੀਤਾ, ਉਸ ਵੇਲੇ ਮਹਾਂਪੁਰਖਾਂ ਨੇ ਕਿਹਾ ਕਿ ਸਾਡੀ ਵੀ ਫਤਿਹ ਸੰਗਤ ਦੇ ਵਿੱਚ ਬੁਲਾ ਦਿਓ। ਔਰ ਗੁਰੂ ਕੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹੈ, ਬਖਸ਼ ਦੇਣ। ਕੋਟਾਨ ਕੋਟ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ, ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ। ਆਓ ਮਹਾਂਪੁਰਖਾਂ ਦੀ ਔਰ ਸਮਾਪਤੀ ਦੀ ਫਤਿਹ ਜਿਹੜੀ ਹੈ ਉਹ ਆਪਾਂ ਬੁਲਾਈਏ। ਸਾਰੀ ਸੰਗਤ ਨੇ ਪ੍ਰੇਮ ਦੇ ਨਾਲ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦੇਣਾ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।